जे पीटीसी होर 10-11 साल ਲਈ ਇਹ ਗੁਰਬਾਣੀ ਦਾ ਪ੍ਰਸਾਰਣ ਲੈਣ ਵਿੱਚ ਕਾਮਯਾਬ ਰਹਿ ਗਿਆ ਤਾਂ ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ। SGPC हैज़ टू कम क्लीन क्योंकि बहुत ਵੱਡਾ ਇੱਕ ਵੈਸਟਡ ਇੰਟਰਸਟ ਹੈ। ਬਿਜ਼ਨਸ ਜਾਂ ਟੈਲੀਵਿਜ਼ਨ ਤਾਂ ਪ੍ਰੋਫਿਟ ਦੇ ਉੱਤੇ ਚੱਲਦਾ ਹੈ। ਜੇ ਪ੍ਰੋਫਿਟ ਨਹੀਂ ਹੋਊਗਾ ਤਾਂ ਕੀ ਸਾਰੇ ਜਾਣੇ ਗੁਰਬਾਣੀ ਦੇ ਦਾਅਵੇਦਾਰ ਬਣਨਗੇ, ਉਹਨੂੰ ਲੈਣਾ ਚਾਹਣਗੇ? ਕਿਉਂਕਿ ਵਰਲਡ ਵਾਈਡ ਵੀ ਪ੍ਰਸਾਰਣ ਕਰਨਾ, ਉੱਥੇ ਸਭ ਕੁਝ ਪੇਡ ਹੋਣਾ। SGPC ਦਾ ਪ੍ਰਧਾਨ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ, ਉਹਨਾਂ ਦੀ ਨਿਯੁਕਤੀਆਂ ਤੱਕ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦੀਆਂ। ਅਦਾਲਤਾਂ ਦੇ ਵਿੱਚ ਇਹਨਾਂ ਕੇਸਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੀ। ਅਦਾਲਤਾਂ ਦੇ ਵਿੱਚੋਂ ਜਿਹੜੇ ਕੇਸ ਹੋਏ ਉਹ ਸਾਰੇ ਦੇ ਸਾਰੇ ਫੈਸਲੇ ਪੀਟੀਸੀ ਦੇ ਹੱਕ ਵਿੱਚ ਆਉਂਦੇ ਰਹੇ। ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ SGPC ਤੇ ਪੰਜਾਬ ਸਰਕਾਰ ਆਮੋ ਸਾਹਮਣੇ ਨੇ। ਹਾਲ ਹੀ ਵਿੱਚ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਵੀ ਕੀਤਾ ਅਤੇ ਇੱਕ ਰੈਲੀ ਦੌਰਾਨ ਐਡਰੈਸ ਕਰਦੇ ਹੋਏ ਉਹਨੇ SGPC ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਵੀ ਇਹਦਾ ਪ੍ਰਸਾਰਣ ਸਿਰਫ ਇੱਕ ਨਿੱਜੀ ਚੈਨਲ ਤੱਕ ਕਿਉਂ ਸੀਮਿਤ ਕੀਤਾ ਗਿਆ ਹੈ। ਗੁਰਬਾਣੀ ਦਾ ਪ੍ਰਸਾਰਣ ਸਾਰੇ ਚੈਨਲਾਂ ਨੂੰ ਦਿੱਤਾ ਜਾਵੇ, ਸਾਰਿਆਂ ਦਾ ਹੱਕ ਹੈ। ਜਿਸ ਨੂੰ ਲੈ ਕੇ SGPC ਦਾ ਮੂਹਰੋਂ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਵੀ ਇਹਦਾ ਖੁੱਲ੍ਹਾ ਟੈਂਡਰ ਕੱਢਿਆ ਜਾਊਗਾ ਜਲਦੀ ਹੀ। ਅੱਜ ਇਸੀ ਮੁੱਦੇ ਦੇ ਉੱਤੇ ਕਰਾਂਗੇ ਗੱਲਬਾਤ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜਾਬ ਦੇ ਮੁੱਖ ਮੰਤਰੀ ਆਮੋ ਸਾਹਮਣੇ ਨੇ। ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈ ਉਹ ਇਸ਼ੂ ਹੈ ਤੇ ਇਸ ਦੇ ਉੱਤੇ ਪਹਿਲਾਂ ਥੋੜਾ ਬੈਕਗਰਾਉਂਡ ਦੱਸ ਦਿਓ ਵੀ ਇਸ ਦੇ ਨੂੰ ਲੈ ਕੇ ਬਹੁਤ ਸਾਰੀ ਪਾਰਟੀਆਂ ਨੇ ਸਵਾਲ ਚੱਕੇ ਨੇ। ਕਾਂਗਰਸ ਦੇ ਲੀਡਰਾਂ ਨੇ ਵੀ ਚੱਕਿਆ, ਹੁਣ ਆਮ ਆਦਮੀ ਪਾਰਟੀ ਦੇ ਲੀਡਰ ਵੀ ਚੱਕ ਰਹੇ, ਮੁੱਖ ਮੰਤਰੀ ਵੀ ਚੱਕ ਰਹੇ ਆ। ਕੀ ਹੈ ਇਹਦਾ ਬੈਕਗਰਾਉਂਡ, ਕਿਉਂ ਇਹਦੇ ਉੱਤੇ ਸਵਾਲ ਚੱਕੇ ਜਾਂਦੇ ਆ ਹਰ ਵਾਰ? ਦੇਖੋ, ਤਕਰੀਬਨ 1 ਸਾਲ ਪਹਿਲਾਂ ਸ਼ੁਭਕਰਮਨ ਗੁਰਬਾਣੀ ਦਾ ਜਿਹੜਾ ਵਿਸ਼ਾ ਸੀ ਉਹ ਚਰਚਾ ਦੇ ਵਿੱਚ ਲਿਆਂਦਾ ਜਾਂਦਾ ਹੈ। ਜਦੋਂ ਪੀਟੀਸੀ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਰਵਿੰਦਰ ਨਾਰਾਇਣ, ਤੁਹਾਨੂੰ ਯਾਦ ਹੋਏਗਾ ਕਿ ਪੀਟੀਸੀ ਦਾ ਇੱਕ ਕੰਟੈਸਟ ਸੀ ਜਿਸ ਦੇ ਵਿੱਚ ਕਿ ਮਹਿਲਾਵਾਂ ਪਾਰਟਿਸਿਪੈਂਟਸ ਇਨਵੋਲਵ ਹੁੰਦੀਆਂ ਨੇ। ਉਸ ਮਾਮਲੇ ਦੇ ਵਿੱਚ ਇੱਕ ਘਟਨਾ ਹੋਈ ਜਿਸ ਤੋਂ ਬਾਅਦ ਕਿ ਕੁਝ ਇਲਜ਼ਾਮ ਲੱਗਦੇ ਨੇ ਪੀਟੀਸੀ ਦੀ ਮੈਨੇਜਮੈਂਟ ਦੇ ਉੱਤੇ। ਇੱਕ ਪੀੜਤ ਮਹਿਲਾ ਸਾਹਮਣੇ ਆਉਂਦੀ ਹੈ ਜੋ ਕਿ ਉਸ ਕੰਟੈਸਟ ਦੌਰਾਨ ਆਪਣੇ ਸ਼ੋਸ਼ਣ ਦੀ ਗੱਲ ਉਸਨੇ ਮੋਟੇ ਇਲਜ਼ਾਮ ਲਾਏ। ਕੁਝ ਕੰਡੀਸ਼ਨਸ ਇਸ ਨਾਲ ਕੰਟੈਸਟ ਦੇ ਵਿੱਚ ਕਿਸ ਕਿਸਮ ਦੀਆਂ ਗੱਲਾਂ ਬਾਤਾਂ ਕਥਿਤ ਤੌਰ 'ਤੇ ਹੁੰਦੀਆਂ ਨੇ, ਇਹ ਗੱਲਾਂ ਬਾਤਾਂ ਨਿਕਲੀਆਂ, ਜਿਸ ਤੋਂ ਬਾਅਦ ਕਿ ਪੀਟੀਸੀ ਦੀ ਮੈਨੇਜਮੈਂਟ ਦੇ ਖਿਲਾਫ ਕੇਸ ਰਜਿਸਟਰ ਹੋਇਆ। ਖੁਦ ਪ੍ਰੈਜ਼ੀਡੈਂਟ ਰਵਿੰਦਰ ਨਾਰਾਇਣ ਨੂੰ ਕੁਝ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਉਸ ਦੌਰਾਨ ਗੁਰਬਾਣੀ ਦੇ ਪ੍ਰਸਾਰਣ ਦਾ ਵਿਸ਼ਾ ਪਹਿਲੀ ਵਾਰ ਉਸ ਤਰੀਕੇ ਦੇ ਨਾਲ ਉੱਭਰਿਆ ਸੀ। ਹਾਲਾਂਕਿ ਪਹਿਲਾਂ ਵੀ ਕਈ ਸਾਲਾਂ ਤੋਂ, ਇਨਫੈਕਟ ਕਈ ਦਹਾਕਿਆਂ ਤੋਂ ਇਸ ਵਿਸ਼ੇ ਉੱਤੇ 2011-12 ਦੌਰਾਨ ਵੀ ਕਾਫੀ ਸਰਗਰਮੀ ਦੇ ਨਾਲ ਉਸ ਵਕਤ ਚਰਚਾਵਾਂ ਦੇ ਵਿੱਚ ਇਹ ਵਿਸ਼ਾ ਆਇਆ ਸੀ, ਕਿਉਂਕਿ 2011 ਦੇ ਵਿੱਚ ਗੁਰਬਾਣੀ ਦਾ ਜਿਹੜਾ ਰਾਈਟ ਸੀ ਉਸ ਨੂੰ ਰਿਨਿਊ ਕੀਤਾ ਜਾਂਦਾ ਹੈ 11 ਸਾਲ ਲਈ। ਸੋ 2022 ਤੱਕ ਇਹ ਜਿਹੜੇ ਰਾਈਟਸ ਨੇ ਇਹ ਪੀਟੀਸੀ ਚੈਨਲ ਕੋਲ ਹੈਗੇ ਨੇ। ਇਸ ਦਾ ਵੀ ਇੱਕ ਬੈਕਗਰਾਊਂਡ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਇੱਕ ਹੋਰ ਅਦਾਰਾ ਸੀ ਜਿਸ ਕੋਲ ਇਹ ਪੀਟੀਸੀ ਜਿਹੜੇ ਗੁਰਬਾਣੀ ਟੈਲੀਕਾਸਟ ਦੇ ਰਾਈਟ ਸਨ, ਲੇਕਿਨ ਪੀਟੀਸੀ ਚੈਨਲ ਦੀ ਹੋਂਦ ਵਿੱਚ ਆਉਣ ਤੋਂ ਬਾਅਦ 2007-8 ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਰਾਈਟਸ ਨੂੰ ਇਸ ਚੈਨਲ ਜਾਂ ਜੀ ਨੈਕਸਟ ਮੀਡੀਆ ਕੰਪਨੀ ਦੇ ਨਾਲ ਉੱਤੇ ਟਰਾਂਸਫਰ ਕੀਤਾ ਗਿਆ, ਉਹਨਾਂ ਨੂੰ ਲੈ ਕੇ ਕੁਝ ਕਿੰਤੂ ਪਰੰਤੂ ਹੋਏ। ਮਾਮਲਾ ਕਈ ਵਾਰ ਹਾਈ ਕੋਰਟਾਂ ਵਿੱਚ ਵੀ ਗਿਆ, ਲੇਕਿਨ ਹਾਈ ਕੋਰਟ ਤੋਂ ਕੋਈ ਉਸ ਤਰੀਕੇ ਦਾ ਫੈਸਲਾ ਨਹੀਂ ਆ ਪਾਇਆ ਕਿਉਂਕਿ ਗੁਰਬਾਣੀ ਸਭ ਦੀ ਸਾਂਝੀ ਹੈ। ਸੋ ਗੁਰਬਾਣੀ ਦੇ ਪ੍ਰਸਾਰਣ ਦੇ ਰਾਈਟ ਇੱਕ ਟੀਵੀ ਚੈਨਲ ਨੂੰ ਕਿਉਂ ਦਿੱਤੇ ਗਏ ਨੇ, ਇਸ ਉੱਤੇ ਇਤਰਾਜ਼ ਉੱਠਦੇ ਰਹੇ ਨੇ। ਲੇਕਿਨ ਭਗਵੰਤ ਮਾਨ ਸਰਕਾਰ ਦੌਰਾਨ ਪੀਟੀਸੀ ਦੀ ਮੈਨੇਜਮੈਂਟ ਤੇ ਉਸਦੇ ਸਭ ਤੋਂ ਸੀਨੀਅਰ ਮੋਸਟ ਫੰਕਸ਼ਨਰੀਜ਼ ਨੂੰ ਨਾ ਕਿ ਇੱਕ ਅਪਰਾਧਿਕ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਬਲਕਿ ਗੁਰਬਾਣੀ ਦਾ ਵਿਸ਼ਾ ਵੀ ਉੱਠਿਆ। ਤੇ ਉਸ ਵਕਤ ਵੀ ਠੀਕ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਵੀ ਭਗਵੰਤ ਮਾਨ ਨੇ ਇਹੀ ਪੇਸ਼ਕਸ਼ ਕੀਤੀ ਸੀ ਕਿ ਸਰਕਾਰ ਆਪਣੇ ਖਰਚੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਤਿਆਰ ਹੈ। ਇਸੇ ਚੀਜ਼ ਨੂੰ ਹੁਣ ਭਗਵੰਤ ਮਾਨ ਹੋਰਾਂ ਨੇ ਦੁਹਰਾਇਆ ਹੈ ਕਿਉਂਕਿ ਜੁਲਾਈ ਦੇ ਵਿੱਚ ਉਹ ਸਮਾਂ ਆ ਜਾਣਾ ਜਦੋਂ ਕਿ ਦੁਬਾਰਾ ਇਸ ਰਾਈਟਸ ਨੇ ਰਿਨਿਊ ਹੋਣਾ। ਜਾਂ ਤਾਂ ਆਉਣ ਵਾਲੇ 10-11 ਸਾਲ ਲਈ ਇਹਨਾਂ ਰਾਈਟਸ ਨੂੰ ਦੁਬਾਰਾ ਪੀਟੀਸੀ ਨੂੰ ਦਿੱਤਾ ਜਾਏਗਾ ਤੇ ਇਹ ਨਾ ਹੋ ਸਕੇ ਇਸ ਲਈ ਹੀ ਇਹ ਸਰਗਰਮੀ ਅਚਾਨਕ ਵਧੀ ਵੀ ਹੈ। ਤੇ ਕੁਝ ਹੱਦ ਤੱਕ ਹੀ ਵੈਲਿਡ ਪੁਆਇੰਟ ਹੈ ਕਿ ਇੱਕ ਹੀ ਅਦਾਰਾ, ਇੱਕ ਹੀ ਸੰਸਥਾਨ ਇੰਨੇ ਸਮੇਂ ਤੋਂ ਗੁਰਬਾਣੀ ਦੇ ਪ੍ਰਸਾਰਣ ਜਿਸ ਦੀ ਉਸਨੂੰ ਕਾਫੀ ਜ਼ਿਆਦਾ ਐਡਵਾਂਟੇਜ ਵੀ ਹੈ, ਬੈਨੀਫਿਟ ਵੀ ਹੈ ਉਹਨਾਂ ਦੀ ਰੇਟਿੰਗਸ ਦੇ ਪੁਆਇੰਟ ਆਫ ਵਿਊ ਨਾਲ। ਸੋ ਉਹ ਸਾਰੇ ਕੰਸਰਨਸ ਹੈਗੇ ਨੇ। ਲੇਕਿਨ ਇਸ ਵਕਤ ਦਾ ਵੱਡਾ ਵਿਸ਼ਾ ਇਹ ਹੈ ਕਿ ਪ੍ਰਸਾਰਣ ਗੁਰਬਾਣੀ ਦਾ ਕੌਣ ਕਰੇ, ਕਿਉਂਕਿ ਜਦੋਂ ਕੁਝ ਸਾਲ ਪਹਿਲਾਂ 1 ਸਾਲ ਪਹਿਲਾਂ ਜਦੋਂ ਇਹ ਮੁੱਦਾ ਉੱਠਿਆ ਸੀ ਉਸ ਵਕਤ ਇੱਕ ਚੀਜ਼ ਬਹੁਤ ਮਹੱਤਵਪੂਰਨ ਹੋਈ ਸੀ। ਉਹ ਇਹ ਸੀ ਕਿ SGPC ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਹੇ ਉੱਤੇ ਇਹ ਚੀਜ਼ ਨੂੰ ਘੱਟੋ ਘੱਟ ਇਨਸ਼ੋਰ ਕਰ ਲਿਆ ਸੀ ਕਿ SGPC ਦਾ ਆਪਣਾ ਜਿਹੜਾ ਇੱਕ YouTube ਚੈਨਲ ਹੈ ਉਸ ਉੱਤੇ ਗੁਰਬਾਣੀ ਦਾ ਜਿਹੜਾ ਕੀਰਤਨ ਹੈ ਜੋ ਕਿ ਪੀਟੀਸੀ ਦੇ ਇਨਫਰਾਸਟ੍ਰਕਚਰ, ਉਹਨਾਂ ਦੇ ਇਕੁਇਪਮੈਂਟਸ ਦੇ ਨਾਲ ਹੋ ਰਿਹਾ ਹੈ, ਉਸ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ, ਬੀਮ ਕੀਤਾ ਜਾ ਰਿਹਾ ਹੈ। ਸੋ SGPC ਦੇ YouTube ਚੈਨਲ ਉੱਤੇ ਗੁਰਬਾਣੀ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਉਸ ਹੀ ਸਟਰੀਮ ਨੂੰ ਹੋਰ ਵੀ ਬਹੁਤ ਸੇ ਚੈਨਲ ਵਰਤ ਰਹੇ ਹੈਗੇ ਨੇ। ਬਹੁਤ ਸੇ ਅਜਿਹੇ ਚੈਨਲ ਬਣ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਕਈਆਂ ਵੱਲੋਂ ਨਜਾਇਜ਼ ਇਸਤੇਮਾਲ ਉਸ ਸਟਰੀਮ ਦਾ ਕੀਤਾ ਜਾ ਰਿਹਾ ਹੈ। ਉਸ ਸਟਰੀਮ ਉੱਤੇ ਸਟਿੱਕਰਸ ਲਾਏ ਜਾ ਰਹੇ ਨੇ,
पेपैल ਦੇ ਜ਼ਰੀਏ ਪੇਮੈਂਟਸ ਵਗੈਰਾ ਵੀ ਲੋਕ ਕੋਸ਼ਿਸ਼ ਕਰ ਰਹੇ ਨੇ। ਸੋ ਇਟ ਇਜ਼ ਕਾਈਂਡ ਆਫ ਐਨ ਅਬਿਊਜ਼ ਜੋ ਕਿ ਹੋ ਰਿਹਾ, ਤੇ ਇਸ ਗੱਲ ਨੂੰ ਲੈ ਕੇ ਪੀਟੀਸੀ ਮੈਨੇਜਮੈਂਟ ਵੀ ਪਹਿਲਾਂ ਤੋਂ ਹੀ ਆਵਾਜ਼ ਚੁੱਕਦੀ ਆ ਰਹੀ ਹੈ। ਰਵਿੰਦਰ ਨਾਰਾਇਣ ਦਾ ਮੈਂ 2 ਦਿਨ ਪਹਿਲਾਂ ਦਾ ਇੱਕ ਸੋਸ਼ਲ ਮੀਡੀਆ ਪੋਸਟ ਪੜ੍ਹ ਰਿਹਾ ਸੀ, ਉਸ ਵਿੱਚ ਉਹਨਾਂ ਨੇ ਐਸਜੀਪੀਸੀ ਤੋਂ ਸਵਾਲ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਪੀਟੀਸੀ ਦਾ ਮੈਨੇਜਮੈਂਟ ਇਹ ਪਲੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਦੇਖੋ ਤੁਸੀਂ YouTube ਦੇ ਉੱਤੇ ਐਸਜੀਪੀਸੀ ਦੇ YouTube ਚੈਨਲ ਉੱਤੇ ਤੁਸੀਂ ਸਟ੍ਰੀਮਿੰਗ ਸ਼ੁਰੂ ਕਰਤੀ, ਲੇਕਿਨ ਉਹ ਸਟ੍ਰੀਮ ਨੂੰ ਚੱਕ ਕੇ ਹੋਰ ਬਹੁਤ ਸੇ ਅਜਿਹੇ ਅਦਾਰੇ ਜਾਂ ਚੈਨਲ ਨੇ ਜੋ ਕਿ ਨਾ ਸਿਰਫ ਗੁਰਬਾਣੀ ਦਾ ਪ੍ਰਸਾਰਣ ਦਿਖਾ ਰਹੇ ਨੇ ਬਲਕਿ ਉਸ ਪ੍ਰਸਾਰਣ ਤੋਂ ਪੈਸਾ ਵੀ ਕਮਾ ਰਹੇ ਨੇ। ਜਦੋਂ ਕਿ ਪੀਟੀਸੀ ਦਾ ਇਹ ਦਾਅਵਾ ਰਿਹਾ ਮੈਨੇਜਮੈਂਟ ਦਾ ਕਿ ਅਸੀਂ ਪੈਸਾ ਨਹੀਂ ਕਮਾਇਆ, ਅਸੀਂ ਗੁਰਬਾਣੀ ਦੇ ਪ੍ਰਸਾਰਣ ਦੇ ਅੱਗੇ ਤੇ ਪਿੱਛੇ ਕਦੀ ਐਡਵਰਟੀਜ਼ਮੈਂਟ ਨਹੀਂ ਲਗਾਈ, ਗੁਰਬਾਣੀ ਦੇ ਪ੍ਰਸਾਰਣ ਦੇ ਦੌਰਾਨ ਕੋਈ ਐਲ ਬੈਂਡ ਜਾਂ ਕੋਈ ਇਸ਼ਤਿਹਾਰ ਵਗੈਰਾ ਨਹੀਂ ਚੱਲੇ। ਸੋ ਆਪਣੀ ਪਲੀ ਦਿੰਦੇ ਆ ਰਹੇ ਨੇ। ਜਿਹੜੇ ਉਹਨਾਂ ਦੇ ਕ੍ਰਿਟਿਕਸ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਗੁਰਬਾਣੀ ਦੇ ਪ੍ਰਸਾਰਣ ਤੋਂ ਹੀ ਪੀਟੀਸੀ ਦੀ ਪੂਰੀ ਗਰੋਥ ਹੋਈ ਹੈ ਤੇ ਇਸ ਗੁਰਬਾਣੀ ਦੇ ਪ੍ਰਸਾਰਣ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੋਨੀਟਾਈਜ਼ ਪੀਟੀਸੀ ਚੈਨਲ ਕਰ ਪਾਇਆ। ਸੋ ਇਸ ਵਿਵਾਦ ਦੇ ਚੱਲਦੇ ਹੁਣ ਮਸਲਾ ਇਹ ਖੜਾ ਹੈ ਕਿ ਅਗਲੇ 1.5-2 ਮਹੀਨੇ ਬਾਅਦ ਜਦੋਂ ਰਾਈਟਸ ਨੇ ਰੀਨਿਊ ਹੋਣਾ ਹੈ, ਉਸ ਵਕਤ ਕੀ ਦੁਬਾਰਾ ਪੀਟੀਸੀ ਇਹਨਾਂ ਰਾਈਟਸ ਨੂੰ ਬੈਕ ਤਾਂ ਨਹੀਂ ਕਰ ਜਾਏਗਾ, ਕਿਉਂਕਿ ਪੀਟੀਸੀ ਸੁਖਬੀਰ ਸਿੰਘ ਬਾਦਲ ਦਾ ਚੈਨਲ ਹੈ, ਇਸ ਬਾਰੇ ਹੁਣ ਕੋਈ ਸੰਸਾ ਬਚਿਆ ਨਹੀਂ ਹੈ। ਸੋ ਇਹ ਸਾਰੀਆਂ ਕੰਸਰਨਸ ਹੈਗੇ ਨੇ। ਇਸ ਹਾਲਾਤ ਦੇ ਵਿੱਚ ਮੁੱਖ ਮੰਤਰੀ ਦਾ ਇਸ ਪਿਕਚਰ ਦੇ ਵਿੱਚ ਆਉਣਾ ਹੁਣ ਇਹ ਆਪਣੇ ਆਪ ਦੇ ਵਿੱਚ ਕੁਐਸਚਨ ਹੈ ਕਿ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਚਲਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਜਾਂ ਉਹਨਾਂ ਨੂੰ ਗੁਰਬਾਣੀ ਦੇ ਪ੍ਰਸਾਰਣ ਦੀ ਚਿੰਤਾ ਕਰਨੀ ਚਾਹੀਦੀ ਹੈ। ਅਤੇ ਗੁਰਬਾਣੀ ਦੇ ਪ੍ਰਸਾਰਣ ਦੀ ਚਿੰਤਾ ਕਰਨ ਲਈ ਹੋਰ ਬਹੁਤ ਸੀ ਵਿਰੋਧੀ ਧਿਰਾਂ ਹੈਗੀਆਂ ਨੇ, ਬਹੁਤ ਸੇ ਹੋਰ ਟੈਲੀਵਿਜ਼ਨ ਚੈਨਲ ਹੋ ਸਕਦੇ ਨੇ ਜਿਨ੍ਹਾਂ ਨੂੰ ਇਸ ਮੁੱਦੇ ਨੂੰ ਟੇਕ ਅਪ ਕਰਨ ਦੀ ਲੋੜ ਹੈ। ਸੋ ਸਰਕਾਰ ਇਹ ਕਹਿੰਦੀ ਪਈ ਹੈ ਕਿ ਅਸੀਂ ਆਪਣਾ ਇਕਵਿਪਮੈਂਟ ਦਾਂਗੇ, ਅਸੀਂ ਸਾਰਾ ਸਮਾਨ ਗੁਰਬਾਣੀ ਦੇ ਪ੍ਰਸਾਰਣ ਲਈ ਦਾਂਗੇ, ਲੇਕਿਨ ਐਸਜੀਪੀਸੀ ਕਹਿ ਰਹੀ ਹੈ ਕਿ ਸਾਡੇ ਕੋਲ ਤਾਂ ਸਾਰੇ ਸੰਸਾਧਨ ਖੁਦ ਮੁਹੱਈਆ ਨੇ। ਅਤੇ ਇਸ ਵਿਸ਼ੇ ਦੇ ਉੱਤੇ ਸਵਾਲ ਪਹਿਲਾਂ ਇਹ ਜਿਹੜੀ ਪੀਟੀਸੀ ਦੇ ਜਿਹੜੇ ਪੀਟੀਸੀ ਵੱਲੋਂ ਪ੍ਰਸਾਰਣ ਕੀਤਾ ਗਿਆ, ਉਸ ਤੋਂ ਪਹਿਲਾਂ ਗੁਰਬਾਣੀ ਦਾ ਪ੍ਰਸਾਰਣ ਕੁਐਸਚਨ ਇੱਥੋਂ ਖੜਾ ਹੋਇਆ ਸੀ ਕਿ ਐਸਜੀਪੀਸੀ ਦਾ ਇੱਕ ਆਪਣਾ ਚੈਨਲ ਹੋਏਗਾ ਜੋ ਕਿ ਗੁਰਬਾਣੀ ਦਾ ਪ੍ਰਸਾਰਣ ਕਰੇਗਾ, ਲੇਕਿਨ ਉਸ ਚੈਨਲ ਨੂੰ ਕਿਉਂ ਸਥਾਪਿਤ ਨਹੀਂ ਕੀਤਾ ਜਾ ਸਕਿਆ ਜਾਂ ਕਿਉਂ ਉਸ ਨੂੰ ਸਹੀ ਨਹੀਂ ਮੰਨਿਆ ਗਿਆ। ਅਤੇ ਐਸਜੀਪੀਸੀ ਦੇ ਹੁਣ ਟੈਂਡਰ ਕੱਢਣ ਦੀ ਗੱਲ ਦੁਹਰਾਈ ਗਈ ਹੈ। ਸੋ ਪਹਿਲਾਂ ਵੀ ਕੀ ਇਸ ਤਰੀਕੇ ਦੇ ਓਪਨ ਟੈਂਡਰ ਰਹੇ ਨੇ ਅਤੇ ਕੀ ਟੈਂਡਰਾਂ ਦੇ ਜ਼ਰੀਏ ਐਸਜੀਪੀਸੀ ਵੱਲੋਂ ਗੁਰਬਾਣੀ ਦੇ ਰਾਈਟਸ ਨੂੰ ਐਲੋਕੇਟ ਕਰਨਾ ਇੱਕ ਸਹੀ ਐਕਸਰਸਾਈਜ਼ ਹੈ, ਕਿਉਂਕਿ ਉਹ ਵੀ ਅਲਟੀਮੇਟਲੀ ਜਿਹੜੀ ਕੰਸੀਡਰੇਸ਼ਨ ਹੁੰਦੀ ਹੈ ਇਹਦੇ ਵਿੱਚ ਉਹ ਇੱਕ ਫੀਸ ਦੇ ਤੌਰ 'ਤੇ ਪੀਟੀਸੀ ਇੱਕ ਅਮਾਊਂਟ ਹੁੰਦਾ ਜੋ ਕਿ ਐਸਜੀਪੀਸੀ ਨੂੰ ਇੱਕ ਡੋਨੇਸ਼ਨ ਦੇ ਤੌਰ 'ਤੇ ਕਹਿ ਲਈਏ, ਕੰਟਰੀਬਿਊਸ਼ਨ ਦੇ ਤੌਰ 'ਤੇ ਦਿੰਦਾ। ਸੋ ਗੁਰਬਾਣੀ ਦਾ ਕੋਈ ਬਾਰਗੇਨ ਨਹੀਂ ਹੈ ਜਾਂ ਉਸ ਦਾ ਕੋਈ ਬਾਰਟਰ ਨਹੀਂ ਹੋ ਰਿਹਾ ਕਿ ਅਸੀਂ ਗੁਰਬਾਣੀ ਦਾ ਪ੍ਰਸਾਰਣ ਲੈਂਦੇ ਹਾਂ ਅਤੇ ਤੁਹਾਨੂੰ ਉਸ ਦੇ ਐਵਜ਼ ਦੇ ਵਿੱਚ ਇੰਨੇ ਲੱਖ ਰੁਪਏ ਦਿੰਦੇ ਹਾਂ। ਹੋ ਹੀ ਰਿਹਾ ਹੈ, ਲੇਕਿਨ ਉਸ ਦੀ ਜਿਹੜੀ ਸ਼ਬਦਾਵਲੀ ਹੈ, ਟਰਮੀਨੋਲੋਜੀ ਵੱਖਰੀ ਹੈ। ਸੋ ਹੁਣ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੇ ਵੀ ਮੁੱਖ ਮੰਤਰੀ ਦੀ ਇਸ ਸ਼ਬਦਾਵਲੀ ਨੂੰ ਲੈ ਕੇ ਕੁਝ ਕਿੰਤੂ ਪਰੰਤੂ ਕੀਤੇ ਨੇ ਕਿ ਤੁਸੀਂ ਇਸ ਤਰੀਕੇ ਦੀ ਸ਼ਬਦਾਵਲੀ ਨਾ ਵਰਤੋ ਕਿ ਜਿਸ ਵਿੱਚ ਕਿ ਗੁਰਬਾਣੀ ਦੇ ਸੌਦੇਬਾਜ਼ੀ ਵਰਗਾ ਜ਼ਿਕਰ ਹੋਵੇ। ਸੋ ਮੁੱਖ ਮੰਤਰੀ ਨੇ ਆਪਣੇ ਤਰੀਕੇ ਦੇ ਨਾਲ ਆਪਣੇ ਲਹਿਜੇ ਦੇ ਵਿੱਚ ਗੱਲ ਕੀਤੀ, ਉਸ ਦੇ ਵਿੱਚ ਕੋਈ ਐਡਾ ਵੱਡੀ ਆਫਤ ਵੀ ਨਹੀਂ ਹੈ। ਲੇਕਿਨ ਇਹ ਬੜਾ ਵੱਡਾ ਇੱਕ ਵਿਸ਼ਾ ਹੈ ਕਿ ਹੁਣ ਐਸਜੀਪੀਸੀ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਕਿੰਨੀ ਕੁ ਪਾਰਦਰਸ਼ਿਤਾ ਦੇ ਨਾਲ ਇਹ ਟੈਂਡਰ, ਇਹ ਜਿਹੜਾ ਠੇਕਾ ਹੈ, ਠੇਕਾ ਹੀ ਕਹਿ ਸਕਦੇ ਨਾ ਇਸ ਨੂੰ, ਕਿ ਤੁਸੀਂ ਕਿਸੇ ਨਾ ਕਿਸੇ ਅਦਾਰੇ ਤੋਂ ਸਰਵਿਸ ਲੈਣੀ ਹੈ, ਸੋ ਉਸ ਨੂੰ ਕਿੰਨੇ ਪਾਰਦਰਸ਼ੀ ਤਰੀਕੇ ਦੇ ਨਾਲ ਤੁਸੀਂ ਕਰਦੇ ਹੋ, ਇਸ ਉੱਤੇ ਇਸ ਵਕਤ ਸਭ ਦੀਆਂ ਨਜ਼ਰਾਂ ਬਹੁਤ ਨੇੜਤਾ ਤੋਂ ਟਿਕੀਆਂ ਹੋਈਆਂ ਨੇ ਅਤੇ ਆਉਣ ਵਾਲੇ 2 ਮਹੀਨੇ ਬੜੇ ਦਿਲਚਸਪ ਹੋਣਗੇ। ਜੀ, ਜਿਵੇਂ ਪ੍ਰਧਾਨ ਦਾ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਦਾ ਬਿਆਨ ਹੈ ਵੀ 5 ਮੈਂਬਰੀ ਕਮੇਟੀ ਬਣੀ ਹੈ ਅਤੇ ਨਿਯਮਾਂ ਅਤੇ ਸ਼ਰਤਾਂ ਉਹ ਤੈਅ ਕਰਨਗੇ ਵੀ ਕੀ ਹੋਣੀ ਚਾਹੀਦੀ, ਕਿਉਂਕਿ ਗੁਰਬਾਣੀ ਦੀ ਮਰਿਆਦਾ ਕਿਤੇ ਉਹਨੂੰ ਢਾਹ ਨਹੀਂ ਲੱਗਣੀ ਚਾਹੀਦੀ, ਉਹਦੇ ਉੱਤੇ ਪੂਰਾ ਖਿਆਲ ਰੱਖਿਆ ਜਾਣਾ ਚਾਹੀਦਾ। ਤਾਂ ਜੇ ਫਰਜ਼ ਕਰੋ ਟੈਂਡਰ ਖੁੱਲ੍ਹ ਵੀ ਜਾਂਦਾ, ਹੋਰ ਸਾਰੇ ਚੈਨਲਾਂ ਨੂੰ ਮਿਲਦਾ, ਪਰ ਬਿਜ਼ਨਸ ਜਾਂ ਟੈਲੀਵਿਜ਼ਨ ਤਾਂ ਪ੍ਰੋਫਿਟ ਦੇ ਉੱਤੇ ਚੱਲਦਾ ਹੈ। ਜੇ ਪ੍ਰੋਫਿਟ ਨਹੀਂ ਹੋਊਗਾ ਤਾਂ ਕੀ ਸਾਰੇ ਜਾਣੇ ਗੁਰਬਾਣੀ ਦੇ ਦਾਅਵੇਦਾਰ ਬਣਨਗੇ, ਉਹਨੂੰ ਲੈਣਾ ਚਾਹਣਗੇ? ਕਿਉਂਕਿ ਵਰਲਡ ਵਾਈਡ ਵੀ ਪ੍ਰਸਾਰਣ ਕਰਨਾ, ਉੱਥੇ ਸਭ ਕੁਝ ਪੇਡ ਹੋਣਾ। ਜੀ ਬਿਲਕੁਲ, ਇਹ ਇੱਕ ਬਿਲਕੁਲ ਰੈਲੇਵੈਂਟ ਇਹ ਪੁਆਇੰਟ ਹੈ, ਕਿਉਂਕਿ ਦੇਖੋ ਗੱਲਾਂ ਕਰਨੀਆਂ ਅਤੇ ਉਹਨਾਂ ਨੂੰ ਐਗਜ਼ੀਕਿਊਟ ਕਰਨਾ ਧਰਾਤਲ ਉੱਤੇ, ਇਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਉਂਕਿ ਗੁਰਬਾਣੀ ਦਾ ਪ੍ਰਸਾਰਣ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਕੋਈ ਵੀ ਅਦਾਰਾ ਕਰੇ, ਪੀਟੀਸੀ ਕਰੇ, ਈਟੀਸੀ ਕਰੇ, ਉਸ ਤੋਂ ਪਹਿਲਾਂ ਜ਼ੀ ਤੇ ਈਟੀਸੀ ਕੋਲ ਹੋਇਆ ਕਰਦਾ ਸੀ। ਬੜੇ ਹੀ ਇੱਕ ਰੋਚਕ ਅੰਦਾਜ਼ ਦੇ ਵਿੱਚ ਜਿਹੜੇ ਟੈਲੀਵਿਜ਼ਨ ਦੇ ਟੈਲੀਕਾਸਟ ਰਾਈਟਸ ਹਨ ਗੁਰਬਾਣੀ ਦੇ, ਉਹ ਜ਼ੀ ਨੈਟਵਰਕ ਤੇ ਈਟੀਸੀ ਤੋਂ ਪੀਟੀਸੀ ਵਿੱਚ ਟ੍ਰਾਂਸਫਰ ਹੋ ਜਾਂਦੇ ਨੇ। ਸੋ ਇੱਕ ਬਹੁਤ ਹੀ ਦਿਲਚਸਪ ਇਤਿਹਾਸ ਹੈ। ਕਦੇ ਹੋਰ ਸਮਾਂ ਹੋਏਗਾ ਇਹਦੀ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਅੰਦਰ ਗੱਲਾਂ ਬਾਤਾਂ ਅਜਿਹੀਆਂ ਹੈਗੀਆਂ ਨੇ। ਲੇਕਿਨ ਬਰੋਡ ਵਿਸ਼ਾ ਕੀ ਹੈ? ਬਰੋਡ ਵਿਸ਼ਾ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁਨਾਫਾ ਕਿੰਨਾ ਹੈ। ਕਿਉਂਕਿ ਕੋਈ ਵੀ ਅਦਾਰਾ, ਜੇ ਤੁਸੀਂ ਦੇਖੋ ਪ੍ਰਾਈਵੇਟ ਚੈਨਲਾਂ ਦੀ ਗੱਲ ਕਰਦੇ ਹੋ, ਅੱਜ ਆਪਾਂ ਪਹਿਲਾਂ ਕਹਿੰਦੇ ਹਾਂ ਕਿ ਸਰਕਾਰ ਨੇ ਤਾਂ ਆਪਣੀ ਝੋਲੀ ਦੇ ਵਿੱਚ, ਗੋਦੀ ਦੇ ਵਿੱਚ ਬਥੇਰੇ ਅਜਿਹੇ ਨਿਊਜ਼ ਚੈਨਲ ਬਿਠਾਏ ਹੋਏ ਨੇ ਜੋ ਕਿ ਦਿਨ ਰਾਤ ਉਹਨਾਂ ਦਾ ਰਾਗ ਅਲਾਪਦੇ ਨੇ। ਕੀ ਭਗਵੰਤ ਮਾਨ ਮੁੱਖ ਮੰਤਰੀ ਇਹ ਚਾਹੁੰਦੇ ਨੇ ਕਿ ਉਹਨਾਂ ਚੈਨਲਾਂ ਨੂੰ ਇਹ ਗੁਰਬਾਣੀ ਦਾ ਪ੍ਰਸਾਰਣ ਦਿੱਤਾ ਜਾਏ? ਅਤੇ ਜੇ ਸਰਕਾਰ ਦੇ ਹੀ ਪੈਰਾਫਰਨੇਲੀਆ ਦੇ ਨਾਲ ਇੱਕ ਗੁਰਬਾਣੀ ਦਾ ਪ੍ਰਸਾਰਣ ਕਰਨਾ ਹੈ ਤਾਂ ਉਸ ਦਾ ਮਤਲਬ ਹੋਰ ਵੀ ਗੰਭੀਰ ਹੈ ਕਿ ਹੁਣ ਗੁਰਬਾਣੀ ਦਾ ਪ੍ਰਸਾਰਣ ਸਰਕਾਰਾਂ ਕਰਨਗੀਆਂ। ਤੁਸੀਂ ਵੇਖੋ ਕਿ ਐਸਜੀਪੀਸੀ ਜਿਹੜੀ ਹੈ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਇੱਕ ਐਕਟ ਦੇ ਹੇਠਾਂ ਬਣੀ ਹੋਈ ਇੱਕ ਆਰਗੇਨਾਈਜੇਸ਼ਨ ਹੈ,
ਤੇ ਉਸ ਉੱਤੇ ਅੱਜ ਤੱਕ ਇਤਰਾਜ਼ ਉੱਠਦਾ ਹੈ ਕਿ ਜੀ ਸਿੱਖਾਂ ਦੀ ਸਰਵਉੱਚ ਜਿਹੜੀ ਅਦਾਰਾ ਹੈ, ਸੰਸਥਾ ਹੈ, ਉਸ ਨੂੰ ਵੀ ਤੁਸੀਂ ਭਾਰਤ ਦੇ ਐਕਟ ਦੇ ਤਹਿਤ ਹੀ ਐਨਵਿਸਾਜ ਕੀਤਾ। ਇੱਕ ਆਈ ਥਿੰਕ ਜੁਆਇੰਟ ਸੈਕਟਰੀ ਲੈਵਲ ਦਾ ਅਧਿਕਾਰੀ ਬੈਠਦਾ ਦਿੱਲੀ ਦੇ ਵਿੱਚ, ਬਿਊਰੋਕਰੈਟ, ਜਿਹੜਾ ਕਿ ਇਹ ਤੈਅ ਕਰਦਾ ਕਿ SGPC ਦਾ ਇਲੈਕਸ਼ਨ ਕਦੋਂ ਹੋਣਾ, ਹੋਣਾ ਨਹੀਂ ਹੋਣਾ। ਹੁਣ ਇੰਨੇ ਸਾਲਾਂ ਤੋਂ SGPC ਇਲੈਕਸ਼ਨ ਨਹੀਂ ਹੋਏ। ਸੋ ਇਹਨਾਂ ਸਥਿਤੀਆਂ ਦੇ ਵਿੱਚ ਕੀ ਸਰਕਾਰ ਦੇ ਪੈਰਾਫਰਨੇਲੀਆ ਦੇ ਉੱਤੇ ਆਧਾਰਿਤ ਰਹੇਗਾ ਗੁਰਬਾਣੀ ਦਾ ਪ੍ਰਸਾਰਣ? ਇਸ ਵਕਤ ਜਿਹੜਾ ਇੱਕ ਸਹੀ ਹੱਲ, ਜੇ ਆਪਾਂ ਸਾਰੀ ਚੀਜ਼ਾਂ ਨੂੰ ਸਾਈਡ ਤੇ ਰੱਖਦੀ, ਉਹ ਇਹ ਸ਼ਾਇਦ ਹੁੰਦਾ ਕਿ SGPC ਖੁਦ ਦਾ ਆਪਣਾ ਇੱਕ ਚੈਨਲ ਲਾਂਚ ਕਰਕੇ ਉਸ ਚੈਨਲ ਦੇ ਉੱਤੇ ਹੀ ਇਸ ਗੁਰਬਾਣੀ ਨੂੰ ਪ੍ਰਸਾਰਣ ਕਰਦੀ। ਤੇ ਮੁੱਖ ਮੰਤਰੀ ਇਹ ਪੇਸ਼ਕਸ਼ ਵੀ ਕਰ ਰਹੇ ਨੇ ਵੀ ਤੁਸੀਂ ਆਪਣਾ ਚੈਨਲ ਜੇ ਲਾਂਚ ਕਰਨਾ ਕਰੋ ਅਤੇ ਉਸ ਬੀਮ ਨੂੰ ਸਾਰੇ ਵਰਤ ਸਕਣ, ਉਸ ਦੇ ਉੱਤੇ ਕਿਸੇ ਦਾ ਏਕਾਧਿਕਾਰ ਨਾ ਹੋਵੇ। ਇਹ ਨਾ ਹੋਵੇ ਇੱਕ ਚੈਨਲ ਹੀ ਗੁਰਬਾਣੀ ਦਾ ਪ੍ਰਸਾਰਣ ਕਰ ਪਾ ਰਿਹਾ ਤੇ ਹੋਰ ਚੈਨਲ ਗੁਰਬਾਣੀ ਦਾ ਪ੍ਰਸਾਰਣ ਨਹੀਂ ਕਰ ਪਾ ਰਹੇ। ਐਡਵਾਂਟੇਜ ਇੱਕ ਚੈਨਲ ਨੂੰ ਹੈ, ਉਸ ਚੈਨਲ ਨੇ ਉਸੇ ਪ੍ਰਸਾਰਣ ਦੇ ਬੂਤੇ ਉੱਤੇ ਅੱਜ 5-5, 6-6 ਹੋਰ ਚੈਨਲ ਖੜੇ ਕਰ ਲਏ, ਲੇਕਿਨ ਦੂਸਰੇ ਪਾਸੇ ਡਿਸਐਡਵਾਂਟੇਜ ਤੇ ਰਹੇ ਹੋਰ ਚੈਨਲ, ਟੈਲੀਵਿਜ਼ਨ ਰੇਟਿੰਗਸ ਦੇ ਪੁਆਇੰਟ ਆਫ ਵਿਊ ਨਾਲ, ਹੋਰ ਕਈ ਪੱਖੋਂ। ਸੋ ਜੇ SGPC ਦਾ ਆਪਣਾ ਇੱਕ ਚੈਨਲ ਹੋਏਗਾ, ਲੋਕ ਉਸ ਚੈਨਲ ਤੇ ਜਾਣ, ਉਸ ਨੂੰ ਵੇਖਣ। ਬਹੁਤ ਸੇ ਅਜਿਹੇ ਚੈਨਲ ਹੋ ਸਕਦੇ ਨੇ ਜੋ ਕਿ ਅਕਾਲੀ ਦਲ ਦੀ ਵਿਚਾਰਧਾਰਾ, ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੀ ਵਿਚਾਰਧਾਰਾ ਦੇ ਨਾਲ ਇਤਫਾਕ ਨਹੀਂ ਰੱਖਦੇ, ਲੇਕਿਨ ਉਹਨਾਂ ਨੂੰ ਗੁਰਬਾਣੀ ਸੁਣਨ ਲਈ, ਗੁਰਬਾਣੀ ਦਾ ਪ੍ਰਸਾਰਣ ਵੇਖਣ ਲਈ PTC ਤੇ ਜਾਣਾ ਪੈਣਾ ਹੈ ਜਾਂ ਜਾਣਾ ਪੈਂਦਾ ਰਿਹਾ, ਇੰਨੇ ਸਾਲ ਤੱਕ ਜਾਣਾ ਪੈਂਦਾ ਰਿਹਾ। ਸੋ ਉਸ ਤਰੀਕੇ ਦੀਆਂ ਗੱਲਾਂ ਬਾਤਾਂ ਦੇ ਚੱਲਦੇ ਜੇ SGPC ਦਾ ਕੋਈ ਆਪਣਾ ਚੈਨਲ ਹੋਵੇ ਜੋ ਕਿ ਨਿਰੋਲ ਧਾਰਮਿਕ ਚੈਨਲ ਹੋਏ ਤੇ ਉਸ ਧਾਰਮਿਕ ਚੈਨਲ ਦੇ ਉੱਤੇ ਪ੍ਰਸਾਰਣ ਹੋਏ, ਉਸ ਦੇ ਵਿੱਚ ਕਿਸੇ ਦੀ ਆਪੱਤੀ ਨਹੀਂ ਹੈ। ਲੇਕਿਨ ਫਿਰ ਸਵਾਲ ਹੈ ਕਾਸਟ ਦਾ, ਖਰਚੇ ਕਿੰਨੇ ਹੈਗੇ ਨੇ, ਉਸ ਨੂੰ ਡਿਸਟ੍ਰੀਬਿਊਸ਼ਨ ਕਰਨ ਦੀ ਕਾਸਟ ਕੀ ਹੈ। ਲੈ ਦੇ ਕੇ ਇਸ ਪੂਰੇ ਦੇ ਪੂਰੇ ਆਪਰੇਸ਼ਨ ਨੇ ਇੱਕ ਫਾਈਨੈਂਸ਼ੀਅਲੀ ਵਾਇਬਲ ਆਪਰੇਸ਼ਨ ਵੀ ਹੋਣਾ ਹੈ ਐਟ ਦ ਐਂਡ ਆਫ ਦਾ ਡੇ। ਨੁਕਤਾਚੀਨੀ ਕਰਨੀ ਬਹੁਤ ਸੌਖੀ ਹੈ, ਲੇਕਿਨ ਉਸ ਲੈਵਲ ਦੇ ਆਪਰੇਸ਼ਨ ਨੂੰ, ਇੱਕ ਚੈਨਲ ਨੂੰ ਚਲਾਏਗਾ ਕੌਣ? ਸੈਕੰਡਲੀ, ਉਸ ਤਰੀਕੇ ਦੇ ਕਾਸਟ ਦੇ ਵਿੱਚ ਰਹਿੰਦਿਆਂ ਹੋਇਆਂ ਕਿ ਉਸ ਗੁਰਬਾਣੀ ਦੇ ਪ੍ਰਸਾਰਣ ਦਾ ਜਿਹੜਾ ਪੂਰਾ ਆਪਰੇਸ਼ਨ ਹੈ ਉਹ ਅਨਵਾਇਬਲ ਨਾ ਹੋ ਜਾਏ, ਉਸ ਦੇ ਨਾਲ ਜ਼ਿਆਦਾ ਖਰਚੇ ਨਾ ਹੋ ਜਾਣ। ਸੈਕੰਡਰੀ, ਉਸ ਨੂੰ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਚਲਾਉਣਾ ਪੈਣਾ ਹੈ। ਮੈਂ ਨਹੀਂ ਮੰਨਦਾ ਕਿ ਉਹ ਸੁਹਿਰਦ ਨਹੀਂ ਹੈ ਜਾਂ ਉਸ ਲਈ ਉਹ ਸਮਰੱਥ ਨਹੀਂ ਹੈ। SGPC ਜਾਂ ਉਸ ਨੇ ਬਹੁਤ ਹੋਰ ਅਜਿਹੀਆਂ ਸੇਵਾਵਾਂ ਹੈਗੀਆਂ ਨੇ। ਜਦੋਂ ਐਜੂਕੇਸ਼ਨਲ ਇੰਸਟੀਟਿਊਸ਼ਨ ਉਹਨਾਂ ਦੇ ਐਡੇ ਵੱਡੇ ਚੱਲਦੇ ਨੇ, ਇੱਕ ਟੈਲੀਵਿਜ਼ਨ ਦੇ ਆਪਰੇਸ਼ਨ ਜਿਸ ਦਾ ਇੱਕ ਮਾਡਲ ਆਲਰੇਡੀ ETC ਜਾਂ PTC ਨੇ ਸਥਾਪਿਤ ਕਰਤਾ, 20-25 ਸਾਲਾਂ ਤੋਂ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੋ ਰਿਹਾ ਹੈ। ਸੋ ਉਹ ਪ੍ਰਸਾਰਣ ਦਾ ਮਾਡਲ ਤੁਹਾਡੇ ਸਾਹਮਣੇ, ਤੁਸੀਂ ਸਿਰਫ ਯੂ ਹੈਵ ਟੂ ਜਸਟ ਸਟੈਪ ਇਨਟੂ देयर ਸ਼ੂਜ਼ ਐਂਡ ਟੇਕ ਓਵਰ ਦੀ ਆਪਰੇਸ਼ਨਸ, ਜੋ ਕਿ ਉਹਨਾਂ ਨੂੰ ਲੈ ਲੈਣੇ ਚਾਹੀਦੇ ਨੇ। ਲੇਕਿਨ ਉਸ ਤੋਂ ਬਾਅਦ ਉਸ ਦੀ ਫਾਈਨੈਂਸ਼ੀਅਲ ਵਾਇਬਿਲਿਟੀ, ਇਹ ਕੁਝ ਕੰਸਰਨਸ ਹੋਣਗੇ। ਸੋ ਇਹਨਾਂ ਦੇ ਚੱਲਦੇ SGPC ਮੈਨੂੰ ਲੱਗਦਾ ਇੱਕ ਚੀਜ਼ ਨੂੰ ਲੈ ਕੇ ਤਾਂ ਕਾਫੀ ਜ਼ਿਆਦਾ ਕਲੀਅਰ ਹੈ ਕਿ ਉਹਨਾਂ ਨੇ ਇਸ ਪ੍ਰਸਾਰਣ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ, ਜੋ ਕਿ ਉਹਨਾਂ ਨੂੰ ਲੈਣਾ ਚਾਹੀਦਾ, ਕਿਉਂਕਿ ਸ਼ਾਇਦ ਉਹਨਾਂ ਦੀ ਕੋਈ ਆਪਣੀ ਕਾਸਟ ਦੀ ਵਰਕਆਊਟ ਹੋਏਗੀ, ਲੇਕਿਨ ਉਸ ਦਾ ਟੈਂਡਰ ਹੀ ਦੇਣਾ ਚਾਹਣਗੇ। ਸੋ ਹੁਣ ਉਸ ਟੈਂਡਰ ਦੇ ਵਿੱਚ ਕੌਣ ਅੱਗੇ ਆਏਗਾ? ਦੇਖੋ, ਇੱਥੇ ਕਬੱਡੀ ਦਾ ਮੈਂ ਜ਼ਿਕਰ ਅਕਸਰ ਕਰਦਾ, ਕਬੱਡੀ ਵਰਲਡ ਕੱਪ ਹੋਇਆ। ਜਦੋਂ ਕਬੱਡੀ ਵਰਲਡ ਕੱਪ ਅਕਾਲੀ ਦਲ ਦੇ ਸਮਿਆਂ ਦੌਰਾਨ ਹੋਇਆ ਤਾਂ ਹਰ ਸਾਲ ਉਸ ਵਰਲਡ ਕੱਪ ਦਾ ਹੋਣਾ ਤੇ ਇਸੇ ਚੈਨਲ PTC ਚੈਨਲ ਨੇ ਹੀ ਉਸ ਦਾ ਪ੍ਰਸਾਰਣ ਲਾਈਵ ਟੈਲੀਕਾਸਟ ਕਰਨਾ। ਉਸ ਵਕਤ ਇਲਜ਼ਾਮ ਇਹ ਲੱਗੇ ਜੀ ਕਿ PTC ਚੈਨਲ ਬਾਦਲਾਂ ਦਾ ਚੈਨਲ ਹੈ, ਸੋ ਇਸ ਕਰਕੇ ਇਹਨਾਂ ਵੱਲੋਂ ਜਿਹੜਾ ਪ੍ਰਸਾਰਣ ਕੀਤਾ ਜਾ ਰਿਹਾ ਕਬੱਡੀ ਦਾ, ਸੋ ਰਾਈਟਸ ਇਹਨਾਂ ਨੂੰ ਐਕਸਕਲੂਸਿਵਲੀ ਦਿੱਤੇ ਜਾਂਦੇ, ਇਹਨਾਂ ਨੂੰ ਫੇਵਰ ਕੀਤੀ ਜਾ ਰਹੀ ਹੈ। ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਵਿਸ਼ਵ ਕੱਪ ਕਬੱਡੀ ਸ਼ਾਇਦ ਇੱਕ ਅੱਧਾ ਸਾਲ ਹੀ ਹੋ ਪਾਇਆ, ਉਸ ਤੋਂ ਬਾਅਦ ਤਾਂ ਉਹ ਕਬੱਡੀ ਦਾ ਵਰਲਡ ਕੱਪ ਹੀ ਰੋਕਤਾ ਗਿਆ। ਲੇਕਿਨ ਉਸ ਵਕਤ ਜਦੋਂ ਟੈਂਡਰ ਮੰਗੇ ਗਏ ਜਾਂ ਜਦੋਂ ਉਸ ਵਕਤ ਪੁੱਛਿਆ ਗਿਆ ਹੋਰ ਚੈਨਲਾਂ ਤੋਂ ਕਿ ਤੁਸੀਂ ਕਬੱਡੀ ਦਾ ਪ੍ਰਸਾਰਣ ਕਰਨਾ, ਕਿਉਂਕਿ ਕਬੱਡੀ ਦਾ ਪ੍ਰਸਾਰਣ ਨੂੰ ਵੀ ਮੋਨੀਟਾਈਜ਼ PTC ਨੇ ਕਰ ਲਿਆ ਬਹੁਤ ਹੀ ਚੰਗੇ ਤਰੀਕੇ ਦੇ ਨਾਲ। ਉਹਨਾਂ ਨੇ ਉਸ ਪ੍ਰਸਾਰਣ ਦਾ ਨੂੰ ਆਪਣੇ ਤਰੀਕੇ ਦੇ ਨਾਲ, ਜਿਹਨੂੰ ਕਹਿੰਦੇ ਕਮਰਸ਼ੀਅਲ ਆਪਰੇਸ਼ਨਸ ਦੇ ਜ਼ਰੀਏ ਉਹਨਾਂ ਨੂੰ ਮੋਨੀਟਾਈਜ਼ ਕਰ ਗਏ। ਲੇਕਿਨ ਹੋਰ ਕੋਈ ਚੈਨਲ ਬਾਅਦ ਦੇ ਵਿੱਚ ਅੱਗੇ ਨਹੀਂ ਆਇਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਕਬੱਡੀ ਵਰਲਡ ਕੱਪ ਦਾ ਜਿਹੜਾ ਟੂਰਨਾਮੈਂਟ ਦਾ ਪ੍ਰਸਾਰਣ ਸੀ ਉਹ ਵੀ PTC ਚੈਨਲ ਨੂੰ ਦੇਣਾ ਪਿਆ, ਕਿਉਂਕਿ ਹੋਰ ਕੋਈ ਸਟੇਕ ਹੋਲਡਰ ਹੀ ਨਹੀਂ ਸੀ। ਸੋ ਅੱਜ ਜਦੋਂ ਗੱਲਾਂ ਬਾਤਾਂ ਜਾਂ ਆਬਜੈਕਸ਼ਨ ਚੁੱਕੇ ਜਾਂਦੇ ਨੇ, ਉਹ ਬਿਲਕੁਲ ਵੈਲਿਡ ਹੈ, ਲੇਕਿਨ ਤੁਹਾਨੂੰ ਇਹ ਵੀ ਦੇਖਣਾ ਪੈਣਾ ਕਿ ਜੇ PTC ਨੂੰ ਤੁਸੀਂ ਪਿਕਚਰ 'ਚੋਂ ਹਟਾ ਦਿੰਦੇ ਹੋ ਜਾਂ PTC ਖੁਦ ਇਸ ਪਿਕਚਰ 'ਚੋਂ ਹਟ ਜਾਂਦਾ ਹੈ, ਉਸ ਸਥਿਤੀ ਦੇ ਵਿੱਚ ਕੀ ਤੁਸੀਂ ਕੁਝ ਹੋਰ ਅਜਿਹੇ ਕ੍ਰੈਡੀਬਲ ਮਜ਼ਬੂਤ ਪਲੇਅਰ ਮਾਰਕੀਟ ਦੇ ਵਿੱਚ ਅੱਜ ਹੈਗੇ ਨੇ ਜੋ ਕਿ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਪ੍ਰਸਾਰਣ ਨੂੰ ਉਸੇ ਮਿਆਰ ਦੇ ਉੱਤੇ ਅੱਗੇ ਕੰਟੀਨਿਊ ਕਰਨਗੇ, ਕਿਉਂਕਿ ਸਟੈਂਡਰਡਸ ਦੇ ਪੱਖੋਂ ਉਹ ਇੱਕ ਸਹੀ ਪ੍ਰਸਾਰਣ ਹੁੰਦਾ ਆ ਰਿਹਾ। ਉਸ ਉੱਤੇ ਕੋਈ ਕਿੰਤੂ ਪਰੰਤੂ, ਕੋਈ ਵੱਡਾ ਵਿਵਾਦ ਕਦੇ ਵੀ ਖੜਾ ਨਹੀਂ ਹੋਇਆ, ਐਕਸੈਪਟ ਫॉर द ਫੈਕਟ ਕਿ ਇਹ PTC ਚੈਨਲ ਬਾਦਲਾਂ ਦਾ ਚੈਨਲ ਹੈ। ਸੋ ਇਹ ਸਾਰੀ ਚੀਜ਼ਾਂ ਨੂੰ ਦੇਖਣਾ ਪੈਣਾ। ਬਟ ਐਟ ਦ ਐਂਡ ਆਫ ਦ ਡੇ ਮੈਂ ਤਾਂ ਇਹੀ ਸਮਝਦਾ ਕਿ SGPC ਜੇ ਆਪਣਾ ਚੈਨਲ ਚਲਾਏ ਤੇ ਉਸ ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਏ, ਉਹ ਸਭ ਤੋਂ ਸਹੀ ਤੇ ਵਿਵਾਦ ਰਹਿਤ ਇੱਕ ਸੋਲੂਸ਼ਨ ਹੋਏਗਾ। ਅਦਰਵਾਈਜ਼ ਇਹ ਕੁਐਸਚਨ ਉੱਠਦੇ ਰਹਿਣਗੇ। ਕੱਲ੍ਹ ਨੂੰ ਪ੍ਰਸਾਰਣ ਕਿਸੇ ਹੋਰ ਚੈਨਲ ਵੱਲੋਂ ਆਪਣੇ ਹੱਥ ਵਿੱਚ ਲੈ ਲਿਆ ਜਾਂਦਾ ਤੇ ਉਹ ਉਸ ਨੂੰ ਉਸ ਤਰੀਕੇ ਦੇ ਨਾਲ ਨਹੀਂ ਚਲਾ। ਹੁਣ ਤੁਸੀਂ ਦੇਖੋ YouTube ਸਟਰੀਮ ਉੱਤੇ ਰਵਿੰਦਰ ਨਾਰਾਇਣ ਜਿਹੜੇ PTC ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ 2 ਦਿਨ ਪਹਿਲਾਂ ਜਾਂ ਸ਼ਾਇਦ 1 ਦਿਨ ਪਹਿਲਾਂ ਆਪਣੀ ਪੋਸਟ ਪਾਈ ਹੈ। ਮੈਂ ਵੀ ਉਹਨਾਂ ਦੀ ਪਿਛਲੇ ਸਾਲ ਇੱਕ ਇੰਟਰਵਿਊ ਕੀਤੀ ਸੀ ਜਦੋਂ ਇਹ ਕਥਿਤ ਸੈਕਸ ਸਕੈਂਡਲ ਉੱਠਿਆ ਸੀ, ਤਾਂ ਉਸ ਵਕਤ ਸਵਾਲ ਉਹਨਾਂ ਨੇ ਖੜੇ ਕੀਤੇ ਸੀਗੇ। ਉਸ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਆਹ ਦੇਖੋ YouTube ਦੇ ਉੱਤੇ ਤੁਸੀਂ ਸਟਰੀਮ ਛੱਡਤੀ ਹੈ ਕਿਉਂਕਿ ਇਹ ਸਭ ਲਈ ਅਵੇਲੇਬਲ ਹੈ। ਬਹੁਤ ਸੇ ਅਜਿਹੇ ਲੋਕ ਇਸ ਦਾ ਮਿਸਯੂਜ਼ ਕਰ ਰਹੇ ਨੇ, ਅਬਿਊਜ਼ ਕਰ ਰਹੇ ਨੇ। ਉਸ ਦੇ ਉੱਤੇ ਇਸ਼ਤਿਹਾਰ ਲੱਗੇ ਹੋਏ ਨੇ,
ਪੇਟੀਐਮ ਦੀ ਪੇਮੈਂਟ ਥੱਲੇ ਮੋਬਾਈਲ ਨੰਬਰ ਦਿੱਤਾ ਹੋਵੇ ਕਿ ਤੁਸੀਂ ਚੰਦਾ ਭੇਜੋ, ਪੈਸੇ ਭੇਜੋ। ਸੋ ਉਸ ਤਰੀਕੇ ਦੇ ਅਨਸਰ ਬਹੁਤ ਹੈਗੇ ਨੇ। ਸੋ ਉਹਨਾਂ ਸਾਰੀ ਚੀਜ਼ਾਂ ਨੂੰ ਫਿਰ ਕਿਵੇਂ ਹੈਂਡਲ ਕੀਤਾ ਜਾਏਗਾ? ਸੋ ਐਸਜੀਪੀਸੀ ਨੂੰ ਇਹ ਸਾਰੀ ਚੀਜ਼ਾਂ ਦਾ ਹੱਲ ਲੱਭਣ ਦੀ ਲੋੜ ਹੈ। ਕੋਈ ਕੈਸ਼ ਰਿਚ ਬੋਡੀ ਹੈ, ਇਸ ਕੋਲ ਕੋਈ ਪੈਸੇ ਦੀ ਘਾਟ ਨਹੀਂ, ਇਸ ਕੋਲ ਕੋਈ ਸੰਸਾਧਨਾਂ ਦੀ ਘਾਟ ਨਹੀਂ। ਇਹਨਾਂ ਨੂੰ ਹੁਣ ਆਪਰੇਸ਼ਨ ਨੂੰ ਆਪਣੇ ਹੱਥ ਵਿੱਚ ਲੈ ਕੇ ਇਹ ਸਾਰੇ ਅਬਿਊਜ਼ ਨੂੰ ਰੋਕਣ ਲਈ ਵੀ ਆਪਣੇ ਆਪ ਨੂੰ ਸਾਈਬਰ ਰੈਡੀ ਕਰਨਾ ਪਏਗਾ। ਤੇ ਹੁਣ ਉਹ ਸਮਾਂ ਆ ਚੁੱਕਾ ਜਦੋਂ ਕਿ ਦੇ ਹੈਵ ਟੂ ਟੇਕ ਦ ਆਪਰੇਸ਼ਨਸ ਇਨ देयर ਓਨ ਹੈਂਡ। ਲੇਕਿਨ ਮੈਨੂੰ ਲੱਗਦਾ ਨਹੀਂ ਕਿ ਜੇ ਪ੍ਰਧਾਨ ਸਾਹਿਬ ਦੇ ਬਿਆਨ ਤੋਂ ਇਹ ਝਲਕ ਮਿਲ ਰਹੀ ਹੈ ਕਿ ਆਪਣੇ ਹੱਥ ਵਿੱਚ ਗੁਰਬਾਣੀ ਦਾ ਪ੍ਰਸਾਰਣ ਲੈਣ ਦੇ ਮੂਡ ਵਿੱਚ ਇਸ ਵਕਤ ਐਸਜੀਪੀਸੀ ਹੈ। ਤਾਂ ਰਿਤੇਸ਼ ਜੀ, ਇਹ ਗੱਲ ਕੀ ਵਿਵਾਦ ਜਿਹੜਾ ਸੀਐਮ ਵੱਲੋਂ ਭਖਾਇਆ ਗਿਆ ਜਾਂ ਮੁੱਦਾ ਚੁੱਕਿਆ ਗਿਆ ਕਿ ਇਹ ਮਸਤੂਆਣਾ ਜਿਹੜਾ ਮੈਡੀਕਲ ਕਾਲਜ ਬਣਨਾ ਸੀ ਤੇ ਐਸਜੀਪੀਸੀ ਨੇ ਫਿਰ ਉਹਦੀ ਪਰਮਿਸ਼ਨ ਨਹੀਂ ਦਿੱਤੀ ਲੈਂਡ ਦੀ, ਉਸ ਤੋਂ ਵੀ ਨਿਕਲ ਰਹੀ ਹੈ ਸਾਰੀ ਗੱਲਬਾਤ ਵੀ ਇਹ ਮੁੱਦਾ ਤਾਂ ਵੀ ਚੱਕਿਆ ਜਾ ਰਿਹਾ? ਦੇਖੋ, ਮੁੱਦੇ ਦੇ ਕਈ ਕਾਰਨ ਹੋ ਸਕਦੇ ਨੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਕਦੇ ਪੀਟੀਸੀ ਦੇ ਨਾਲ ਐਸੋਸੀਏਟਿਡ ਰਹੇ ਹੈ। ਪੀਟੀਸੀ ਦੇ ਲਾਈਵ ਸਮਾਗਮਾਂ ਦੌਰਾਨ ਉਹ ਵੀ ਕਮੈਂਟਰੀ ਕਰਦੇ ਰਹੇ ਹੈਗੇ ਨੇ। ਫਿਰ ਬਾਅਦ ਦੇ ਵਿੱਚ ਜਦੋਂ ਮੁੱਖ ਮੰਤਰੀ ਬਣਦੇ ਨੇ ਪੀਟੀਸੀ ਦੇ ਪ੍ਰੈਜ਼ੀਡੈਂਟ ਨੂੰ ਉਸ ਕੇਸ ਦੇ ਵਿੱਚ, ਉਸ ਕੇਸ ਦਾ ਅਜੇ ਤੱਕ ਕਲੀਅਰ ਨਹੀਂ ਹੋਇਆ ਵੀ ਉਸ ਕੇਸ ਵਿੱਚ ਹੋਇਆ ਕੀ ਸੀ, ਕਿਉਂਕਿ ਪੀਟੀਸੀ ਦੀ ਮੈਨੇਜਮੈਂਟ ਤਾਂ ਪ੍ਰਦਰਸ਼ਨ ਕਰਦੀ ਰਹੀ, ਧਰਨੇ ਮੁਜ਼ਾਹਰੇ ਕਰਦੀ ਰਹੀ ਕਿ ਇੱਕ ਝੂਠੇ ਮੁਕੱਦਮੇ ਦੇ ਵਿੱਚ ਪੀਟੀਸੀ ਦੇ ਪ੍ਰੈਜ਼ੀਡੈਂਟ ਨੂੰ ਤੇ ਉਹਨਾਂ ਦੇ ਸਟਾਫ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਤੱਕ ਉਹ ਤਾਂ ਕਿਸੇ ਸਿਰੇ ਤੇ ਸਿੱਟੇ ਤੇ ਪਹੁੰਚਿਆ ਨਹੀਂ ਮੁਕੱਦਮਾ। ਸੋ ਉਹ ਪੂਰੀ ਜਿਹੜੀ ਲਾਮਬੰਦੀ ਹੁੰਦੀ ਹੈ, ਪਹਿਲਾਂ ਇੱਕ ਕਥਿਤ ਸੈਕਸ ਸਕੈਂਡਲ ਨਿਕਲਦਾ ਹੈ, ਫਿਰ ਉਸ ਦੇ ਵਿੱਚ ਪੀਟੀਸੀ ਮੈਨੇਜਮੈਂਟ ਨੂੰ ਨਾਮਜ਼ਦ ਕੀਤਾ ਜਾਂਦਾ ਹੈ, ਪੀਟੀਸੀ ਦੇ ਪ੍ਰਧਾਨ ਨੂੰ ਗੁੜਗਾਉਂ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਪਾਤਾ ਜਾਂਦਾ ਹੈ। ਉਸ ਦੌਰਾਨ ਗੁਰਬਾਣੀ ਦੇ ਪ੍ਰਸਾਰਣ ਦੀ ਗੱਲਾਂ ਬਾਤਾਂ ਦੁਬਾਰਾ ਉੱਠਣੀਆਂ ਚਾਹੀਦੀਆਂ ਨੇ। ਅੱਜ ਦੇਖੋ 2022 ਦੇ ਵਿੱਚ ਜੇ ਪੀਟੀਸੀ ਹੋਰ 10-11 ਸਾਲ ਲਈ ਇਹ ਗੁਰਬਾਣੀ ਦਾ ਪ੍ਰਸਾਰਣ ਲੈਣ ਵਿੱਚ ਕਾਮਯਾਬ ਰਹਿ ਗਿਆ ਤਾਂ ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ, ਕਿਉਂਕਿ ਪਹਿਲਾਂ ਵੀ ਇਹ ਹੋਇਆ, 2011 ਦੇ ਵਿੱਚ ਵੀ ਉਹ ਹੋਇਆ। ਸਿੱਧੇ 11 ਸਾਲ ਲਈ ਰਾਈਟਸ ਜਿਹੜੇ ਹੈਗੇ ਨੇ ਉਹ ਦਿੱਤੇ ਜਾਂਦੇ ਨੇ। ਠੀਕ ਹੈ, ਕੰਟੀਨਿਊਟੀ ਹੁੰਦੀ ਹੈ, ਤੁਹਾਡੇ ਖਰਚੇ, ਇਨਫਰਾਸਟ੍ਰਕਚਰ ਕਾਸਟ, ਤੁਹਾਡਾ ਕੈਮਰਾ ਇਕੁਇਪਮੈਂਟ ਸਭ ਕੁਝ ਲੱਗਣਾ ਹੁੰਦਾ ਹੈ। ਲੇਕਿਨ ਇਹ ਕੋਈ ਐਡੀਆਂ ਵੱਡੀਆਂ ਕੀਮਤਾਂ ਵੀ ਨਹੀਂ ਕਿ ਹੋਰ ਅਦਾਰੇ ਜਾਂ ਹੋਰ ਆਰਗੇਨਾਈਜੇਸ਼ਨ ਨੂੰ ਤੁਸੀਂ ਕੰਸੀਡਰ ਹੀ ਨਾ ਕਰੋ। ਸਭ ਤੋਂ ਵੱਡੀ ਗੱਲ ਹੈ ਟਰਾਂਸਪੇਰੈਂਸੀ। ਐਸਜੀਪੀਸੀ ਹੈਜ਼ ਟੂ ਕਮ ਕਲੀਨ, ਕਿਉਂਕਿ ਬਹੁਤ ਵੱਡਾ ਇੱਕ ਵੈਸਟਡ ਇੰਟਰਸਟ ਹੈ ਐਸਜੀਪੀਸੀ ਉੱਤੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕਾਫੀ ਹੱਦ ਤੱਕ ਕੰਟਰੋਲ ਹੈ, ਕਿਉਂਕਿ ਖੁਦ ਅਕਾਲੀ ਦਲ ਬਤੌਰ ਇੱਕ ਧਾਰਮਿਕ ਧਿਰ, ਸਿਆਸੀ ਧਿਰ ਤਾਂ ਹੈ ਹੀ ਨਹੀਂ, ਲੇਕਿਨ ਧਾਰਮਿਕ ਧਿਰ ਉਹ ਐਸਜੀਪੀਸੀ ਦੇ ਉੱਤੇ ਵੀ ਕਾਬਜ਼ ਹੈਗੇ ਨੇ। ਐਸਜੀਪੀਸੀ ਦਾ ਪ੍ਰਧਾਨ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ, ਉਹਨਾਂ ਦੀ ਨਿਯੁਕਤੀਆਂ ਤੱਕ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦੀਆਂ। ਸੋ ਇੱਕ ਬੜਾ ਹੀ ਸੀਰੀਜ਼ ਆਫ, ਜਿਹਨੂੰ ਕਹਿ ਸਕਦੇ ਹਾਂ ਵੀ ਕਨਫਲਿਕਟ ਆਫ ਇੰਟਰਸਟ ਵੀ ਆਉਂਦਾ ਹੈ, ਇੱਕ ਵੈਸਟਡ ਇੰਟਰਸਟ ਵੀ ਹੈ। ਜਦੋਂ ਅਜਿਹੇ ਸਵਾਲ ਉੱਠ ਰਹੇ ਹੋਣ, ਪਬਲਿਕ ਡੋਮੇਨ 'ਤੇ ਉੱਠ ਰਹੇ ਹੋਣ, ਠੀਕ ਹੈ, ਲੋਕਾਂ ਦੀ ਅੱਖਾਂ ਦੇ ਵਿੱਚ ਧੂੜ ਝੋਕ ਕੇ ਤੁਸੀਂ ਇਹ ਪੋਸੀਬਲ ਹੈ, ਕਿਉਂਕਿ ਬਹੁਤ ਸੇ ਲੋਕ ਜਿਹੜੀ ਗੁਰਬਾਣੀ ਦੀ ਵਿਰੋਧਤਾ ਕਰਦੇ ਰਹੇ ਨੇ ਟੂ ਦ ਐਕਸਟੈਂਟ ਕਿ ਗੁਰਬਾਣੀ ਦੇ ਪ੍ਰਸਾਰਣ, ਉਹ ਵੀ ਪੀਟੀਸੀ ਵੱਲੋਂ ਉਹਦੀ ਵਿਰੋਧਤਾ ਕਰਦੇ ਰਹੇ ਨੇ, ਨਾਟ ਗੁਰਬਾਣੀ ਦੀ ਵਿਰੋਧਤਾ। ਉਹਨਾਂ ਨੇ ਵੀ ਸਿਰਫ ਵਿਰੋਧਤਾ ਕੀਤੀ ਹੈ, ਕੋਈ ਸੋਲਿਊਸ਼ਨ ਨਹੀਂ ਉਹ ਦੇ ਪਾਏ। ਅਦਾਲਤਾਂ ਦੇ ਵਿੱਚ ਇਹਨਾਂ ਕੇਸਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੀ। ਅਦਾਲਤਾਂ ਦੇ ਵਿੱਚੋਂ ਜਿਹੜੇ ਕੇਸ ਹੋਏ ਉਹ ਸਾਰੇ ਦੇ ਸਾਰੇ ਫੈਸਲੇ ਪੀਟੀਸੀ ਦੇ ਹੱਕ ਵਿੱਚ ਆਉਂਦੇ ਰਹੇ। ਸੋ ਉਸ ਮਾਮਲੇ ਨੂੰ ਨਾ ਤਾਂ ਤੁਸੀਂ ਅਦਾਲਤਾਂ ਦੇ ਵਿੱਚ ਸਥਾਪਿਤ ਕਰ ਪਾ ਰਹੇ ਹੋ, ਨਾ ਤੁਸੀਂ ਜਨਤਕ ਪ੍ਰੈਸ਼ਰ ਉਹੋ ਜਿਹਾ ਬਣਾ ਪਾ ਰਹੇ ਹੋ। ਸਿਰਫ ਉੱਠ ਕੇ ਕਹਿ ਦੇਣਾ ਕਿ ਪ੍ਰਸਾਰਣ ਦੇ ਵਿੱਚ ਜਾਂ ਰਾਈਟਸ ਨੂੰ ਫੇਵਰੇਟਿਜ਼ਮ ਦੇ ਕਰਕੇ ਦਿੱਤਾ ਜਾ ਰਿਹਾ, ਉਹ ਸਭ ਨੂੰ ਨਜ਼ਰ ਆ ਰਿਹਾ। ਫੇਵਰੇਟਿਜ਼ਮ ਤਾਂ ਹੋ ਹੀ ਰਿਹਾ, ਲੇਕਿਨ ਹੁਣ ਸਵਾਲ ਹੈ ਕਿ ਉਹ ਤਾਂ ਅਲਟਰਨੇਟਿਵ ਦੇਣਾ ਪੈਣਾ। ਜਦੋਂ ਤੁਸੀਂ ਕਿਸੇ ਨੂੰ ਕੁਰਸੀ ਤੋਂ ਲਾਉਂਦੇ ਹੋ ਤਾਂ ਤੁਹਾਨੂੰ ਉਸ ਕੁਰਸੀ 'ਤੇ ਕਿਸੇ ਨੂੰ ਬਿਠਾਉਣਾ ਵੀ ਪੈਣਾ, ਕਿਉਂਕਿ ਇਹ ਇੱਕ ਅਜਿਹਾ ਆਪਰੇਸ਼ਨ ਹੈ, ਦੁਨੀਆ ਭਰ ਦੇ ਵਿੱਚ ਗੁਰਬਾਣੀ ਦਾ ਜਿਹੜਾ ਟੈਲੀਕਾਸਟ ਹੈ ਉਹ ਇੱਕ ਸੈਕਿੰਡ ਲਈ ਵੀ ਨਹੀਂ ਰੁਕਣਾ ਚਾਹੀਦਾ। ਜੋ ਉਹਦੇ ਸਮੇਂ ਮਿੱਥੇ ਹੋਏ ਨੇ, ਉਹਨਾਂ ਸਮਿਆਂ ਦੇ ਮੁਤਾਬਕ ਇਹ ਗੁਰਬਾਣੀ ਦਾ ਪ੍ਰਸਾਰਣ ਇੱਕ ਕਹਿੰਦਾ ਬਾਰ ਸੈੱਟ ਕਰਤੀ ਗਈ ਹੈ। ਹੁਣ ਉਸ ਬਾਰ ਤੋਂ ਨੀਚੇ ਨਹੀਂ ਕੋਈ ਜਾ ਸਕਦਾ। ਸੋ ਜਿਹੜਾ ਵੀ ਪਲੇਅਰ ਉਸ ਪੋਜੀਸ਼ਨ ਦੇ ਵਿੱਚ ਆਉਣਾ ਚਾਹ ਰਿਹਾ ਹੈ ਜਾਂ ਉਸ ਥਾਂ ਨੂੰ ਲਏਗਾ ਪੀਟੀਸੀ ਦੀ ਥਾਂ ਦੇ ਉੱਤੇ, ਉਹਨੂੰ ਓਨਾ ਹੀ ਕੰਪੀਟੈਂਟ ਤੇ ਉਸ ਤੋਂ ਬਿਹਤਰ ਹੋਣਾ ਪਏਗਾ। ਐਂਡ ਆਈ ਐਮ ਸ਼ੋਰ ਕਿ ਇਹੋ ਜਿਹੇ ਬਹੁਤ ਸੇ ਅਦਾਰੇ ਨੇ, ਦੇ ਸ਼ੁੱਡ ਪਿਚ, ਉਹਨਾਂ ਨੂੰ ਇਹ ਸਾਰੀ ਦੀ ਸਾਰੀ ਕੈਲਕੂਲੇਸ਼ਨ ਕਰਕੇ ਮੈਦਾਨ ਵਿੱਚ ਆਉਣਾ ਚਾਹੀਦਾ, ਉਤਰਨਾ ਚਾਹੀਦਾ। ਜੇ ਐਸਜੀਪੀਸੀ ਦੇ ਪ੍ਰਧਾਨ ਓਪਨ ਟੈਂਡਰ ਦੀ ਗੱਲ ਕਰਦੇ ਪਏ ਨੇ ਤਾਂ ਫਿਰ ਜਿਹੜੀ ਕਮਰਸ਼ੀਅਲ ਅਦਾਰੇ ਨੇ, ਜਿਹੜੇ ਚੈਨਲਸ ਖੁੱਲ੍ਹੇ ਹੋਏ ਨੇ ਪੰਜਾਬ ਦੇ ਵਿੱਚ, ਜਿਹੜੇ ਵੱਡੇ ਇੱਥੇ ਤਾਂ ਬੜੇ ਧਨਾੜ ਜਿਹੜੇ ਇੰਡਸਟਰੀਲਿਸਟ ਹੈਗੇ ਨੇ ਮੁਲਕ ਦੇ, ਉਹਨਾਂ ਦੇ ਚੈਨਲ ਇੱਥੇ ਕੰਮ ਕਰ ਰਹੇ ਨੇ, ਇੱਥੋਂ ਵੀ ਚੰਗਾ ਖਾਸਾ ਫਾਇਦਾ ਉਠਾ ਰਹੇ ਹੈਗੇ ਨੇ। ਉਹਨਾਂ ਨੂੰ ਪੂਰੀ ਤਿਆਰੀ ਦੇ ਨਾਲ ਇਸ ਵਾਰ ਇਸ ਟੈਂਡਰ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਐਂਡ ਲੈਟਸ ਸੀ ਵੇਅਰ ਡਜ਼ ਦ ਥਿੰਗ ਗੋ। ਜੀ ਤਾਂ ਰਿਤੇਸ਼ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।